सतगुरु रविदास महाराज जी की बाणी का फरमान, बेगमपुरा शहर को नाओ, दुख अंदो नहीं ते ठाओ। सो अज श्री गुरु रविदास साधु संप्रदाय सोसाइटी रजिस्टर्ड पंजाब वालों इन्हां बचनां दे उत्ते चलदियां होइयां एक उपराला किया जा रहा है। सो मैं फलजिंदर रतू ते तुसीं देख रहे हो फैन अंबेडकर टीवी। अज गल करांगे किसान धरनियां दी, किसान मोर्चियां दी। तुसीं देख रहे हो कि लगातार किसान ਜਿਹੜੇ ਨੇ ਸੜਕਾਂ ਦੇ ਉੱਤੇ ਉਤਰੇ ਹੋਏ ਨੇ। ਕਾਰਨ ਬੀਜੇਪੀ ਵੱਲੋਂ ਜੋ ਆਰਡੀਨੈਂਸ ਪਾਸ ਕੀਤਾ ਗਿਆ ਸੀ, ਕਿਸਾਨ ਬਿੱਲ ਜੋ ਪਾਸ ਕੀਤੇ ਗਏ ਸੀਗੇ, ਉਹ ਕਿਸਾਨ ਉਹਨਾਂ ਦੇ ਖਿਲਾਫ ਅੱਜ ਰੋਡਾਂ ਦੇ ਉੱਤੇ ਉਤਰੇ ਹੋਏ ਨੇ। ਔਰ ਲਗਾਤਾਰ ਇਹਨਾਂ ਬਿੱਲਾਂ ਦੇ ਵੱਲ ਜੇ ਗੱਲ ਕਰੀਏ, ਜੋ ਮੀਟਿੰਗਾਂ ਹੋ ਰਹੀਆਂ ਨੇ ਕਿਸਾਨ ਯੂਨੀਅਨ ਦੇ ਨਾਲ, ਕਿਸਾਨ ਜਥੇਦਾਰਾਂ ਦੇ ਨਾਲ, ਲਗਾਤਾਰ ਉਹ ਬੇਸਿੱਟਾ ਨਿਕਲ ਰਹੀਆਂ ਨੇ। ਸੋ ਅੱਜ ਦਿੱਲੀ ਦੇ ਵਿੱਚ ਕਿਸਾਨ ਰੋਡਾਂ ਦੇ ਉੱਤੇ ਬੈਠੇ ਹੋਏ ਆ ਔਰ ਉਹਨਾਂ ਦਾ ਸਮਰਥਨ ਕਰਨ ਦੇ ਲਈ ਸਮੂਹ ਮਹਾਪੁਰਸ਼ ਜੋ ਨੇ ਇਹ ਦਿੱਲੀ ਨੂੰ ਕੂਚ ਕਰ ਰਹੇ ਨੇ। ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਇਹ ਬੱਸ ਦੇ ਵਿੱਚ ਜੋ ਸਮੂਹ ਮਹਾਪੁਰਸ਼ ਬੈਠੇ ਹੋਏ ਨੇ, ਸੰਤ ਮਹਾਪੁਰਸ਼ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਦੇ। ਸੋ ਤੁਹਾਨੂੰ ਇਹ ਸਾਰੀਆਂ ਤਸਵੀਰਾਂ ਦਿਖਾ ਰਹੇ ਹਾਂ। ਇਸ ਮੌਕੇ 'ਤੇ ਅਸੀਂ ਸੁਸਾਇਟੀ ਦੇ ਪ੍ਰਧਾਨ ਜੋ ਨੇ ਸਾਡੇ ਨਾਲ ਮੌਜੂਦ ਨੇ, ਸੰਤ ਬਾਬਾ ਨਿਰਮਲ ਦਾਸ ਜੀ, ਬਾਬੇ ਜੋੜੇ ਰਾਏਪੁਰ ਸੂਲਪੁਰ ਤੋਂ। ਬਾਬਾ ਜੀ ਜੈ ਗੁਰਦੇਵ ਜੀ। ਧੰਨ ਗੁਰਦੇਵ ਜੀ। ਸਿਹਤਾਂ ਕਿੱਦਾਂ ਜੀ? ਬਹੁਤ ਵਧੀਆ ਬਾਬਾ ਜੀ। ਕਿੱਦਾਂ ਦਾ ਲੱਗਦਾ ਅੱਜ ਤੁਸੀਂ ਕਿਸਾਨ ਯੂਨੀਅਨ ਦਾ ਜੋ ਸਮਰਥਨ ਕਰਨ ਦੇ ਲਈ, ਕਿਸਾਨ ਮੋਰਚਿਆਂ ਦਾ ਸਮਰਥਨ ਕਰਨ ਲਈ ਦਿੱਲੀ ਨੂੰ ਸਮੂਹ ਮਹਾਪੁਰਸ਼ ਸਾਰੇ ਪਹੁੰਚ ਰਹੇ ਆ? ਬਹੁਤ ਖੁਸ਼ੀ ਆ ਔਰ ਮਾਲਕ ਦੀ ਕਿਰਪਾ ਦੇ ਨਾਲ ਅਸੀਂ ਵੀ ਕਾਫੀ ਦੇਰ ਤੋਂ ਸਾਡਾ ਸੰਕਲਪ ਸੀ ਜਾਣ ਦਾ, ਪਹਿਲਾਂ ਨਾਲ ਹੀ ਜਾਣ ਦਾ ਸੰਕਲਪ ਸੀ ਜੀ ਕਿਸਾਨ ਮੋਰਚੇ ਦੇ ਨਾਲ। ਪਰ ਸਾਡੀ ਕੋਈ ਵਜ੍ਹਾ ਸੀ ਜਿਸ ਕਰਕੇ ਅਸੀਂ ਨਹੀਂ ਜਾ ਸਕੇ ਜੀ, ਕਿਉਂਕਿ ਸੰਤ ਬਾਬਾ ਪ੍ਰੀਤਮ ਦਾਸ ਮੈਮੋਰੀਅਲ ਚੈਰੀਟੇਬਲ ਹਸਪੀਟਲ ਵਿਖੇ ਉਹ ਅਸੀਂ ਅੱਖਾਂ ਦਾ ਕੈਂਪ ਲਗਾਇਆ ਹੋਇਆ ਸੀ ਜੀ, ਜਿਹਦੇ ਵਿੱਚ 500 ਦੇ ਕਰੀਬ ਲੈਂਸ ਪਾਏ ਗਏ ਜੀ। ਅਤੇ ਉਹ ਅੱਖਾਂ ਦਾ ਬਹੁਤ ਜ਼ਰੂਰੀ ਹੁੰਦਾ, ਇਸ ਕਰਕੇ ਮੈਂ ਥੋੜ੍ਹਾ ਲੇਟ ਹੋ ਗਿਆ, ਪਰ ਸਾਨੂੰ ਪਹਿਲਾਂ ਜਾਣਾ ਚਾਹੀਦਾ ਸੀਗਾ ਜੀ। ਪਰ ਅਸੀਂ ਕੱਲ੍ਹ ਫਿਰ ਮੀਟਿੰਗ ਕਰਕੇ ਮਹਾਂਪੁਰਸ਼ਾਂ ਦੇ ਨਾਲ ਜੀ, ਵੀ ਮਹਾਂਪੁਰਸ਼ ਸਾਰੇ ਤਿਆਰ ਸੀਗੇ ਅਤੇ ਫਿਰ ਅੱਜ ਸਾਰੇ ਉੱਥੋਂ ਫ੍ਰੀ ਹੋ ਕੇ ਕੈਂਪ ਤੋਂ ਜੀ, ਕਿਉਂਕਿ ਉਹ ਵੀ ਜ਼ਰੂਰੀ ਸੀਗਾ, ਉਹ ਵੀ ਪਬਲਿਕ ਦਾ ਹੈਗਾ ਜੀ। ਉਹ ਸਮਾਪਤ ਕਰਕੇ ਅਜੇ ਅਸੀਂ ਬਾਕੀ ਅੱਗੇ 2-4 ਦਿਨ ਲਈ ਰੋਕ ਕੇ ਜੀ, ਅਤੇ ਅਸੀਂ ਫਿਰ ਸਾਰੇ ਮਹਾਂਪੁਰਸ਼ਾਂ ਨੂੰ ਨਾਲ ਲੈ ਕੇ ਚੱਲੇ ਹਾਂ। ਅਤੇ ਜਦੋਂ ਤੱਕ ਮਹਾਂਪੁਰਸ਼ ਕਹਿਣਗੇ ਵੀ ਅਸੀਂ ਇੱਥੇ ਰਹਿਣਾ, ਜਦੋਂ ਤੱਕ ਕੋਈ ਇਹਦਾ ਹੱਲ ਨਹੀਂ ਨਿਕਲਦਾ ਜੀ, ਉਦੋਂ ਤੱਕ ਅਸੀਂ ਉਹਨਾਂ ਦੇ ਨਾਲ ਹਾਂ ਜੀ। ਅਸੀਂ ਉੱਥੇ ਜੋ ਕਹਿਣਗੇ ਮਹਾਂਪੁਰਸ਼, ਜੋ ਉਹਨਾਂ ਦੀ ਆਗਿਆ ਹੋਏਗੀ ਤਾਂ ਆਪਾਂ ਉੱਥੇ ਮੋਰਚਾ ਲਾਵਾਂਗੇ, ਨਾਲ ਬੈਠਾਂਗੇ ਜੀ। ਜਿੱਦਾਂ ਕਿ ਬਾਬਾ ਜੀ ਦੇਖਿਆ ਜਾ ਰਿਹਾ ਕਿ ਇਸ ਬੱਸ ਦੇ ਵਿੱਚ ਸਿਰਫ ਜੋ ਸੰਤ ਮਹਾਂਪੁਰਸ਼ ਨੇ ਉਹੀ ਬੈਠੇ ਨੇ। ਸੰਗਤਾਂ ਲਈ ਕੀ ਬੰਦੋਬਸਤ ਕੀਤੇ ਗਏ ਆ ਜੀ? ਸਾਡੇ ਨਾਲ 4-5 ਬੱਸਾਂ ਹੈਗੀਆਂ ਜੀ, ਅਤੇ ਉਹ ਸੰਗਤਾਂ ਕੁਛ ਨਗਰ ਤੋਂ ਜੀ, ਆਪਣੇ ਫਗਵਾੜੇ ਤੋਂ, ਲੁਧਿਆਣੇ ਤੋਂ ਜੀ, ਸੰਤ ਮਹਾਂਪੁਰਸ਼ ਵੀ ਨਾਲ ਲੈ ਕੇ ਚੱਲੇ। ਸੰਤ ਬਾਬਾ ਜੀ ਜਿਹੜੇ ਆਪਣੇ ਖੁਰਾਲਗੜ੍ਹ ਵਾਲੇ ਮਹਾਂਪੁਰਸ਼ ਆ, ਉਹ ਵੀ ਸਾਡੇ ਨਾਲ ਆ। ਸਾਰੇ ਜੀ, ਸਾਰੇ ਮਹਾਂਪੁਰਸ਼ ਇਕੱਠੇ ਹੀ ਜਾ ਰਹੇ ਆ ਜੀ, ਅਤੇ ਉਹਨਾਂ ਦੀਆਂ ਸੰਗਤਾਂ ਵੀ ਨਾਲ ਜਾ ਰਹੀਆਂ ਜੀ। ਅਤੇ ਜਿੱਦਾਂ ਤੁਸੀਂ ਜਾ ਰਹੇ ਹੋ, ਸੰਗਤਾਂ ਵੀ ਲੈ ਕੇ ਜਾ ਰਹੇ ਹੋ, ਉੱਥੇ ਲੋਕਾਂ ਦਾ ਸਮਰਥਨ ਕਰ ਰਹੇ ਹੋ, ਉਸ ਮੌਕੇ ਦੇ ਉੱਤੇ ਕੀ ਤੁਹਾਡੇ ਵੱਲੋਂ ਰਸਦਾਂ ਕੋਈ ਪਹੁੰਚਾਈਆਂ ਜਾ ਰਹੀਆਂ ਜਾਂ ਉਹਨਾਂ ਦੇ ਸਮਰਥਨ ਦੇ ਵਿੱਚ ਉਹਨਾਂ ਲਈ ਕੋਈ ਲੋੜੀਂਦੀਆਂ ਵਸਤੂਆਂ? ਅਸੀਂ ਥੋੜ੍ਹਾ ਯਤਨ ਕੀਤਾ ਲਿਜਾਣ ਦਾ, ਪਰ ਉਹਨਾਂ ਨੂੰ ਬਰਾਬਰ ਤਾਂ ਨਹੀਂ ਕਰ ਸਕਦੇ ਜਿੰਨਾ ਸਾਡੇ ਕੋਲ ਪਹੁੰਚ ਅਸੀਂ ਕੀਤਾ ਜੀ। ਸਾਡੇ ਨਾਲ ਮਹਾਂਪੁਰਸ਼ ਜੁੜੇ ਹੋਏ ਆ। 1.5-2 ਕੁਇੰਟਲ ਘੇ ਉਹਨਾਂ ਦੇਸੀ ਜੀ ਲੈ ਕੇ, ਅਤੇ ਕੁਛ ਲੰਗਰ ਵਗੈਰਾ, ਕੁਛ ਵਸਤਾਂ ਜਿਹੜੀਆਂ ਡਰਾਈ, ਜਿਹੜੀਆਂ ਸੁੱਕੀਆਂ ਵਸਤਾਂ ਉਹ ਅਸੀਂ ਜ਼ਿਆਦਾ ਲੈ ਕੇ ਚੱਲੇ ਹਾਂ ਜੀ, ਕਿਉਂਕਿ ਜਿਹੜੀਆਂ ਡਰਾਈ ਹੈ ਨਾ ਉਹ ਖਰਾਬ ਨਹੀਂ ਹੁੰਦੀਆਂ ਜੀ। ਇਸ ਕਰਕੇ ਸਾਡੇ ਕੋਲ ਉਹ ਵੀ ਵਸਤਾਂ ਹੈਗੀਆਂ ਵੀ ਜਿਹਨੂੰ ਜਦੋਂ ਮਰਜ਼ੀ ਖਾ ਸਕਦਾ 24 ਘੰਟੇ ਜੀ। ਅਤੇ ਉਹਦੇ ਵਿੱਚ ਕਾਫੀ ਅਸੀਂ ਸਾਡੀ ਲੋੜ ਹੈ ਗੱਡੀ ਦੇ ਵਿੱਚ, ਉਹ ਤੁਹਾਨੂੰ ਦਿਖਾ ਸਕਦੇ ਹਾਂ ਅਸੀਂ ਜੇ। ਅਤੇ ਬਾਕੀ ਕੋਸ਼ਿਸ਼ ਕੀਤੀ ਵੀ ਅਸੀਂ ਲੰਗਰ ਵਾਸਤੇ ਮਹਾਂਪੁਰਸ਼ਾਂ ਨੇ ਕੀਤਾ, ਲੰਗਰ ਵੀ ਬਣਾ ਕੇ ਲੈ ਕੇ ਆਏ ਆ ਜੀ। ਅਤੇ ਜਿਹਨਾਂ ਨੂੰ ਲੰਗਰ ਦੀ ਜ਼ਰੂਰਤ ਹੈ ਲੰਗਰ ਵੀ ਛਕਣ, ਰਸਾਂ ਵਾਸਤਾ ਵੀ ਛਕਣ ਜੀ, ਅਤੇ ਬਦਾਮ ਵੀ ਛਕਣ। ਬਦਾਮਾਂ ਵੀ ਸਾਡੇ ਕੋਲ ਹੈਗੀਆਂ ਗਿਰੀਆਂ ਜੀ, ਅਤੇ ਉਹ ਵੀ ਛਕਣ ਵੀ, ਕਿਉਂਕਿ ਕੰਮ ਕਾਰ ਕਰਦੇ ਆ ਕਈ ਜਿਹੜੇ ਦੇਖਦੇ ਆ ਪਾਲਦੇ ਆ ਆਪਣੇ ਬਦਾਮ ਖਾਣਗੇ ਉਹ ਤਕੜੇ ਹੋਣਗੇ, ਮੋਰਚਾ ਦੀ ਮਜ਼ਬੂਤੀ ਹੋਏਗੀ ਜੀ। ਬਾਬਾ ਜੀ ਜਿੱਦਾਂ ਗੱਲ ਕਰਦੇ ਹਜੇ ਕਰੀਬ 7:30 ਵਜੇ ਦਾ ਟਾਈਮ ਆ, ਔਰ ਮੇਰੇ ਹਿਸਾਬ ਨਾਲ ਗੱਲ ਕਰਦੇ ਆਪਾਂ ਕਿ ਖੰਨਾ ਵੀ ਪਾਰ ਕਰ ਚੁੱਕੇ ਹਾਂ ਜੀ। ਆਪਾਂ ਪਹੁੰਚ ਗਏ ਸਰਹੱਦ ਤੋਂ ਅੱਗੇ ਚਲੇ ਗਏ ਹਾਂ ਜੀ, ਸਰਹੱਦ ਤੋਂ ਅੱਗੇ ਚਲੇ ਗਏ। ਕਿੰਨੇ ਵਜੇ ਚੱਲੇ ਸੀਗੇ ਜੀ? ਅਸੀਂ ਵੈਸੇ ਸਾਰੇ ਮਹਾਂਪੁਰਸ਼ ਤਾਂ 3 ਵਜੇ ਤਿਆਰ ਹੋ ਗਏ ਸੀਗੇ ਜੀ, ਅਤੇ ਚੱਲਦੇ ਲੈਂਦੇ ਹੋਏ ਫਿਰ ਵੀ ਅਸੀਂ ਲੁਧਿਆਣਾ ਅਸੀਂ ਕ੍ਰੋਸ ਕਰਕੇ 6 ਵਜੇ ਜੀ, ਅਤੇ 6 ਵਜੇ ਤੋਂ ਅਸੀਂ ਲੁਧਿਆਣੇ ਤੋਂ ਅੱਗੇ ਆ ਗਏ ਸੀ
ਤੇ ਕਿੱਦਾਂ ਤੁਸੀਂ ਪ੍ਰਧਾਨ ਹੋ, ਬੰਦੋਬਸਤ ਕਰਨਾ ਕਿੱਦਾਂ ਦਾ ਲੱਗਦਾ ਕਿ ਕੋਈ ਦਿੱਕਤਾਂ ਵੀ ਆਉਂਦੀਆਂ? ਨਹੀਂ, ਉਹ ਪ੍ਰਧਾਨਗੀ ਨਹੀਂ, ਅਸੀਂ ਤਾਂ ਸੇਵਾਦਾਰ ਆ। ਹੁਣ ਸੇਵਾਦਾਰ ਬਣ ਕੇ ਜਾਣਾ, ਪ੍ਰਧਾਨਗੀ ਲੈ ਕੇ ਨਹੀਂ ਜਾ ਰਹੇ ਜੀ। ਅਸੀਂ ਤਾਂ ਸੇਵਾਦਾਰ ਬਣ ਕੇ ਜਾ ਰਹੇ, ਕਿਉਂਕਿ ਸੰਗਤਾਂ ਦੀ ਸੇਵਾ ਕਰਨ ਵਾਸਤੇ ਤੇ ਪ੍ਰਧਾਨੀਆਂ ਸਾਰੀਆਂ ਪਿੱਛੇ ਰਹਿ ਜਾਂਦੀਆਂ ਜੀ। तो महाराज की बाणी अनुसार भी फरीदा खाल खलक में खलक वसे रब माहे जी। जो संगत की आवाज़ है, दुनिया की आवाज़ है, परमात्मा की आवाज़ है जी। तो जी परमात्मा की आवाज़ है वो मान लेनी चाहिए जी। असी अज राज भाग के बालक बन गए हैं। कल नूं आपां महाराज कहते भी अज तुहानूं राज भाग मिलिया, कल नूं तुहानूं और नदरों पट्टी जे करे सुल्तानों घाओ करा जांदा, दर मंगे भिख न पा जांदा। ते जे उहदी नज़र पट्टी होगी तुहानूं सदा वास्ते हमेशा ये नहीं रह सकदा भी राज भाग तुहाडे कोल रहेगा ते ਉਹ ਭੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭੇਖਾਰੀ। ਇਸ ਕਰਕੇ ਜੋ ਸੰਗਤ ਕਹਿੰਦੀ ਆ, ਜੋ ਪਬਲਿਕ ਕਹਿੰਦੀ ਆ, ਉਹ ਗੱਲ ਮੰਨ ਲੈਣੀ ਚਾਹੀਦੀ ਆ। ਉਹਦੇ 'ਚ ਭਾਵੇਂ ਪਰੇਸ਼ਾਨੀ ਹੋਵੇ, ਚਾਹੇ ਕੋਈ ਤੁਹਾਨੂੰ ਪਰੇਸ਼ਾਨੀ ਉਠਾਉਣੀ ਪਵੇ, ਤੇ ਉਹ ਸੰਗਤ ਦੀ ਗੱਲ ਮੰਨਣੀ ਚਾਹੀਦੀ ਆ। ਸੰਗਤ ਦੇ ਕਰਕੇ ਤੁਸੀਂ ਆ ਜਾਂ ਸੰਗਤ ਦੇ ਨਿਰਾਸ਼ ਆ, ਇੰਨੀਆਂ ਸੰਗਤਾਂ ਇੱਕ ਦੋ ਬੰਦਾ ਕਹੇ ਤੇ ਚਲੋ ਠੀਕ ਆ ਵੀ ਉਹ ਗਲਤ ਕਹਿ ਰਿਹਾ, ਜੇ ਸਾਰੀ ਦੁਨੀਆ ਹੀ ਕਹਿਣ ਲੱਗ ਪਵੇ ਤੇ ਫਿਰ ਉਹ ਗਲਤ ਹੀ ਹੁੰਦਾ, ਉਹਨੂੰ ਉਹ 'ਤੇ ਵਿਚਾਰ ਲੈਣਾ ਚਾਹੀਦਾ ਜੀ। ਗੱਲ ਕਰੀਏ ਤਾਂ ਜਿੱਦਾਂ ਕਿ ਅੱਜ ਦੇ ਮਾਹੌਲ ਦੇ ਵਿੱਚ ਦੇਖਦੇ ਹਾਂ ਕਿ ਤੁਹਾਡੇ ਕੋਲ ਵੀ ਆਪਣੀਆਂ ਗੱਡੀਆਂ ਵੀ ਆ, ਪਰ ਤੁਸੀਂ ਬੱਸਾਂ 'ਚ ਬੈਠ ਕੇ ਜਾ ਰਹੇ ਹੋ, ਕੀ ਕਾਰਨ ਸੀ? ਇਸ ਤਰ੍ਹਾਂ ਨਾ ਸਾਰੇ ਮਹਾਂਪੁਰਸ਼ਾਂ ਦੇ ਕੋਲ ਗੱਡੀਆਂ ਹੈਗੀਆਂ ਪਰ ਅਸੀਂ ਸੰਗਤ ਨੂੰ ਤੇ ਔਰ ਉਹ ਜੋ ਉੱਥੇ ਆਪਣਾ ਮੋਰਚਾ ਜਿਹਨਾਂ ਲਗਾਇਆ ਹੋਇਆ ਉਹ ਸਾਰਾ ਕੁਝ ਛੱਡ ਕੇ ਬੈਠੇ ਆ। ਆਪਣੇ ਜਥੇਬੰਦੀਆਂ ਵੀ ਛੱਡ ਕੇ ਬੈਠੇ ਆ, ਆਪਣੇ ਜਿਹੜੀਆਂ ਮਾਨ ਪ੍ਰਤਿਸ਼ਠਾ ਉਹ ਵੀ ਛੱਡ ਕੇ ਬੈਠੇ ਆ। ਇੱਥੇ ਕੋਈ ਮਾਨ ਪ੍ਰਤਿਸ਼ਠਾ ਨਹੀਂ ਹੈਗੀ, ਇੱਥੇ ਕੋਈ ਰੈਂਕ ਨਹੀਂ ਹੈਗਾ, ਇੱਥੇ ਕੋਈ ਕਿਸੇ ਦਾ ਅਹੁਦਾ ਨਹੀਂ ਹੈਗਾ। ਇਹ ਸੰਗਤ ਦਾ ਕੰਮ ਆ ਤੇ ਸੰਗਤ ਵਿੱਚ ਮਹਾਰਾਜ ਕਹਿੰਦੇ ਸਾਰੇ ਰੰਗ ਹੁੰਦੇ ਆ, ਰੰਗ ਸਭੇ ਨਾਰਾਇਣ ਜੇਤੇ ਮਨ ਪਵਨ। ਤੇ ਅਸੀਂ ਵੀ ਉਸੇ ਰੰਗ ਵਿੱਚ ਆਏ ਆ ਵੀ ਅਸੀਂ ਸਾਰਾ ਕੁਝ ਛੱਡ ਕੇ ਤੇ ਸੰਗਤ ਦੀ ਸੇਵਾ ਵਿੱਚ ਹਾਜ਼ਰ ਹੋਏ ਆ। ਬੱਸ 'ਚ ਬੈਠ ਕੇ ਜਾਣਾ, ਗੱਡੀ ਅਸੀਂ ਬੱਸਾਂ 'ਚ ਹੀ ਜਾਣਾ ਆਪਣੇ, ਕਿਉਂਕਿ ਬੱਸਾਂ ਬਹੁਤ ਜੇ ਸੰਗਤਾਂ ਬੱਸਾਂ ਜਾਂਦੀਆਂ ਸਾਡਾ ਵੀ ਬਣਦਾ ਵੀ ਅਸੀਂ ਬੱਸਾਂ ਜਾਈਏ ਜੀ। ਸੋ ਬਾਬਾ ਜੀ, ਜੋ ਲੋਕ ਦੇਖਦੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆਪਣੇ ਵੱਲੋਂ? ਅਸੀਂ ਇਹੀ ਬੇਨਤੀ ਕਰਾਂਗੇ ਵੱਧ ਤੋਂ ਵੱਧ ਉਹਨਾਂ ਨੂੰ ਸਹਿਯੋਗ ਦੇਣਾ ਚਾਹੀਦਾ। ਇਹ ਸੱਚ ਆ, ਸੱਚ ਦਾ ਸਹਿਯੋਗ ਸੱਚ ਦੇ ਨਾਲ ਜੁੜਨਾ ਚਾਹੀਦਾ ਤੇ ਜਿਹੜੀ ਸੰਗਤ ਦੀ ਆਵਾਜ਼ ਆ ਉਹ ਪਰਮਾਤਮਾ ਦੀ ਆਵਾਜ਼ ਨੇ, ਵੱਧ ਤੋਂ ਵੱਧ ਜੁੜੋ ਔਰ ਵੱਧ ਤੋਂ ਵੱਧ ਇਹਨੂੰ ਸ਼ੇਅਰ ਵੀ ਕਰੋ ਤੇ ਆਪਣੇ ਉਹਨਾਂ ਦੇ ਨਾਲ ਵੀ ਬੈਠੋ ਤੇ ਜਿੰਨਾ ਵੀ ਤੁਹਾਡਾ ਟਾਈਮ ਹੈ ਜੋ ਵੀ ਕੁਝ ਹੈਗਾ ਉਹਨੂੰ ਸਮਰਪਿਤ ਕਰ ਦਿਓ ਜੀ। ਸੋ ਬਹੁਤ ਬਹੁਤ ਧੰਨਵਾਦ ਬਾਬਾ ਜੀ। ਸੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਹ ਜੋ ਤਸਵੀਰਾਂ ਨੇ ਇਹ ਬੱਸ ਦੇ ਵਿੱਚ ਬੱਸ ਚੱਲ ਰਹੀ ਆ, ਕਿਉਂਕਿ ਥੋੜੀ ਸਾਨੂੰ ਵੀ ਦਿੱਕਤ ਹੋ ਰਹੀ ਰਿਕਾਰਡਿੰਗ ਦੇ ਲਈ। ਸੋ ਤੁਹਾਨੂੰ ਅਸੀਂ ਫਿਰ ਵੀ ਬੱਸ ਦਾ ਜੋ ਪੂਰਾ ਮਾਹੌਲ ਆ ਦਿਖਾ ਰਹੇ ਹਾਂ। ਸੋ ਸੰਤ ਮਹਾਂਪੁਰਸ਼ ਬੈਠੇ ਹੋਏ ਨੇ। ਸੋ ਇਸ ਮੌਕੇ ਦੇ ਉੱਤੇ ਅਸੀਂ ਬਾਬਾ ਜੀ ਦੇ ਨਾਲ ਗੱਲਬਾਤ ਕਰਾਂਗੇ। ਸੰਤ ਬਾਬਾ ਇੰਦਰਦਾਸ ਜੀ, ਮਹਾਰਾਜ ਜੀ ਜੈ ਗੁਰਦੇਵ ਜੀ। ਜੈ ਗੁਰਦੇਵ ਜੀ। ਮਹਾਰਾਜ ਜੀ ਅੱਜ ਜਾ ਰਹੇ ਹੋ ਦਿੱਲੀ ਵੱਲ ਨੂੰ, ਕੂਚ ਕਰ ਰਹੇ ਹੋ ਕਿਸਾਨ ਧਰਨੇ ਲਈ, ਕੀ ਕਹਿਣਾ ਚਾਹੁੰਦੇ ਹੋ? ਅਸੀਂ ਕਹਿਣਾ ਇਸ ਤਰ੍ਹਾਂ ਹੈਗੀ ਹੈ ਕਿ ਸਾਡੇ ਵੀ ਮਹਾਂਪੁਰਸ਼ ਜਿਹੜੇ ਹੈਗੇ ਆ ਸੰਤ ਸ੍ਰੀ ਗੁਰਦਾਸ ਸਾਧੂ ਸੰਪਰਦਾ ਸੁਸਾਇਟੀ ਰਜਿਸਟਰਡ ਪੰਜਾਬ ਦੇ ਸਾਰੇ ਹੀ ਮਹਾਂਪੁਰਸ਼ ਜੀ, ਜਿਹੜੇ ਕਿ ਸਾਡੇ ਚੇਅਰਮੈਨ ਸਾਹਿਬ ਸੰਤ ਮੋਹਨ ਵਾਲੇ ਸੰਤ ਸਰਵਣਦਾਸ ਮਹਾਰਾਜ ਦੇ ਜਿਨ੍ਹਾਂ ਦੀ ਅਗਵਾਈ ਹੇਠ ਪ੍ਰਧਾਨ ਸੰਤ ਨਿਰਮਲਦਾਸ ਮਹਾਰਾਜ ਜੀ ਸੰਤ ਬਾਬੇ ਜੋੜੇ ਤੋਂ ਜੀ, ਉਹ ਸਾਰੇ ਹੀ ਮਹਾਂਪੁਰਸ਼ ਸਾਰੇ ਹੀ ਸੰਘਰਸ਼ ਦੇ ਨਾਲ ਸਹਿਮਤ ਹੈ, ਕਿਉਂਕਿ ਜਿਹੜੇ ਕਿ ਸਾਡੇ ਕਿਸਾਨ ਵੀਰਾਂ ਨੇ, ਕਿਰਤੀ ਵੀਰਾਂ ਨੇ, ਮਜ਼ਦੂਰ ਵੀਰਾਂ ਨੇ ਸਾਰਾ ਹੀ ਅੱਜ ਅੰਦੋਲਨ ਜਿਹੜਾ ਹੀ ਆਰੰਭ ਕੀਤਾ ਆ ਜੀ, ਔਰ ਸਾਰੇ ਹੀ ਮਹਾਂਪੁਰਸ਼ ਉਹਨਾਂ ਦੇ ਨਾਲ ਖੜੇ ਆ ਔਰ ਸਾਰੇ ਹੀ ਮਹਾਂਪੁਰਸ਼ ਉਹਨਾਂ ਦਾ ਸਹਿਯੋਗ ਦੇ ਰਹੇ ਹੈਗੇ ਆ, ਮੋਢੇ ਨਾਲ ਮੋਢਾ ਲਾ ਕੇ ਖੜੇ ਹੈਗੇ ਆ, ਕਿਉਂਕਿ ਇਹ ਜੋ ਬਿੱਲ ਪਾਸ ਕੀਤੇ ਹੈਗੇ ਆ ਇਹ ਜਿੰਨਾ ਚਿਰ ਇਹ ਵਾਪਸ ਨਹੀਂ ਲੈਂਦੇ ਔਰ ਇਹਨਾਂ ਨੂੰ ਮੁੜ ਕੇ ਸੋਧ ਨਹੀਂ ਕਰਦੇ ਉਹਨਾਂ ਚਿਰ ਸੰਘਰਸ਼ ਇਸ ਤਰ੍ਹਾਂ ਜਾਰੀ ਰਹੂਗਾ। ਅਗਲਾ ਪ੍ਰੋਗਰਾਮ ਜਿਹੜਾ ਹੈਗਾ ਸਾਡੇ ਮਹਾਂਪੁਰਸ਼ ਤੁਸੀਂ ਮਤਲਬ ਨਾਲ ਖੜੇ ਰਹੋਗੇ ਕਿਸਾਨਾਂ ਦੇ? ਬਿਲਕੁਲ ਨਾਲ ਖੜੇ ਆ ਜੀ। ਸੋ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਸੋ ਜਿੱਦਾਂ ਕਿ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਮੌਕੇ ਤੇ ਜੋ ਬੱਸ ਦਾ ਪੂਰਾ ਮਾਹੌਲ ਆ ਔਰ ਜਿੰਨੇ ਵੀ ਸਾਡੇ ਨਾਲ ਸੰਤ ਮਹਾਂਪੁਰਸ਼ ਨੇ ਅਸੀਂ ਗੱਲਬਾਤ ਕਰਾਂਗੇ। ਸੋ ਬਾਬਾ ਜੀ ਸਾਡੇ ਨਾਲ ਮੌਜੂਦ ਨੇ ਚੱਕ ਹਕੀਮ ਤੋਂ ਮਹੰਤ ਪਰਸ਼ੋਤਮ ਦਾਸ ਜੀ। ਸੋ ਬਾਬਾ ਜੀ ਅੱਜ ਕਿਸਾਨ ਧਰਨਿਆਂ ਦਾ ਸਮਰਥਨ ਕਰ ਰਹੇ ਆ, ਤੁਸੀਂ ਸਾਰੇ ਮਹਾਂਪੁਰਸ਼ ਕੀ ਕਹਿਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਜੈ ਗੁਰਦੇਵ, ਧੰਨ ਗੁਰਦੇਵ। ਮਹਾਂਪੁਰਸ਼ ਸਦਾ ਹੀ ਪਰਉਪਕਾਰੀ ਹੁੰਦੇ ਨੇ ਜੀ ਤੇ ਅੱਜ ਪੂਰੇ ਭਾਰਤ ਵਰਸ਼ ਦੇ ਜਿਹੜੇ ਕਿਸਾਨ ਨੇ ਆਪਣੇ ਹੱਕਾਂ ਦੇ ਵਾਸਤੇ ਸ਼ਾਂਤਮਈ ਧਰਨਾ ਦੇ ਰਹੇ ਨੇ ਜੀ, ਜਿਹਦੇ ਵਿੱਚ ਉਹ ਆਪਣੀ ਗੱਲ ਨੂੰ ਸਰਕਾਰ ਤੱਕ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ ਜੀ, ਤੇ ਮਹਾਂਪੁਰਸ਼ਾਂ ਨੇ ਵੀ ਇਹ ਫੈਸਲਾ ਕੀਤਾ ਕਿ ਉਹਨਾਂ ਨੂੰ ਆਪਣੇ ਵੱਲੋਂ ਅਸੀਂ ਸਮਰਥਨ ਕਰੀਏ, ਜੀ, ਕਿਉਂਕਿ ਜਿਹੜਾ ਅੰਨਦਾਤਾ ਹੈ ਉਹ ਰੀੜ੍ਹ ਦੀ ਹੱਡੀ ਹੈ ਜੀ, ਪੂਰੇ ਭਾਰਤ ਵਰਸ਼ ਦੇ ਵਿੱਚ। ਅੱਜ ਲੋੜ ਹੈ ਸਾਰਿਆਂ ਨੂੰ ਇਕੱਠਿਆਂ ਹੋ ਕੇ ਸਤਿਗੁਰੂ ਰਵਿਦਾਸ ਮਹਾਰਾਜ ਦੇ ਉਸ ਫਲਸਫੇ ਤੇ ਪਹਿਰਾ ਦੇਣ ਦੀ
कि सतगुरु रविदास महाराज का हुक्म है कि ऐसा चाहूँ राज में जहाँ मिले सबन को अन्न, छोट बड़े सब संबत से रविदास रहे प्रसन्न। ਆਪਾਂ ਸਾਰੇ ਹੀ ਸਮਾਜ ਦੇ ਵਿੱਚ ਤਾਂ ਹੀ ਖੁਸ਼ ਹੋ ਕੇ ਰਹਿ ਸਕਦੇ ਹਾਂ ਜੇਕਰ ਸਾਰਾ ਸਮਾਜ ਸਮਾਨ ਅੰਤਰ ਹੋਵੇ, ਕੋਈ ਛੋਟਾ ਵੱਡਾ ਨਾ ਹੋਵੇ। ਅੱਜ ਸਾਰੇ ਹੀ ਅੰਨਦਾਤਾ ਦੇ ਵਾਸਤੇ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਦੀ ਹਮਾਇਤ ਕਰਨ ਵਾਸਤੇ ਸਾਧੂ ਮਹਾਂਪੁਰਸ਼ਾਂ ਨੇ ਵੀ ਫੈਸਲਾ ਕੀਤਾ। ਅਸੀਂ ਵੀ ਅੱਜ ਜਾ ਕੇ ਉਹਨਾਂ ਦੇ ਨਾਲ ਖੜ ਕੇ ਆਪਣੀ ਉਹਨਾਂ ਦੀ ਗੱਲ ਨੂੰ ਉਹ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਜੈ ਗੁਰਦੇਵ, ਧੰਨ ਗੁਰਦੇਵ ਜੀ। ਸੋ ਜਿੱਦਾਂ ਕਿ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਮਾਹੌਲ ਜੋ ਆ ਬੱਸ ਦਾ। ਸੋ ਬਾਬਾ ਜੀ ਸਾਡੇ ਨਾਲ ਮੌਜੂਦ ਨੇ। ਬਾਬਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ? ਇਹ ਜਿਹੜਾ ਅੰਦੋਲਨ ਆ, ਕਿਸਾਨ ਅੰਦੋਲਨ ਆ ਜੀ, ਇਹ ਸਿਰਫ ਹੁਣ ਕਿਸਾਨਾਂ ਦਾ ਅੰਦੋਲਨ ਹੀ ਨਹੀਂ ਰਹਿ ਗਿਆ, ਜੀ, ਇਹ ਪੂਰੇ ਦੇਸ਼ ਦੇ ਹਰ ਵਰਗ ਦਾ ਅੰਦੋਲਨ ਬਣ ਗਿਆ ਹੈ। ਕਿਉਂਕਿ ਇਸ ਜਿਹੜੇ ਖੇਤੀ ਵਿਰੋਧੀ 3 ਬਿੱਲ ਸਰਕਾਰ ਨੇ ਪਾਸ ਕੀਤੇ ਹੈ, ਜੀ, ਉਹਦੇ ਨਾਲ ਮਜ਼ਦੂਰਾਂ ਨੂੰ ਵੀ ਇੱਕ ਬਹੁਤ ਵੱਡਾ ਜਿਹੜਾ ਆ ਉਹਨਾਂ ਨੂੰ ਗੁਲਾਮ ਬਣਾਉਣ ਦੀ ਜਿਹੜੀ ਪਹਿਲਾਂ ਤੋਂ ਹੀ ਪ੍ਰਵਿਰਤੀ ਚੱਲੀ ਆ ਰਹੀ ਹੈ, ਜੀ, ਉਹ ਨਜ਼ਰ ਆ ਰਹੀ ਆ। ਕਿਉਂਕਿ ਮਜ਼ਦੂਰਾਂ ਦੇ ਖਿਲਾਫ ਵੀ ਇੱਕ ਬਿੱਲ ਪਾਸ ਕੀਤਾ ਗਿਆ ਆ। ਦੂਸਰੀ ਗੱਲ, ਇਸ ਖੇਤੀ ਵਿਰੋਧੀ ਕਾਨੂੰਨਾਂ ਦੀ ਆੜ ਦੇ ਵਿੱਚ ਜੀ, ਹਿੰਦੂ ਰਾਸ਼ਟਰ ਏਜੰਡਾ ਜਿਹੜਾ ਉਹ ਲਾਗੂ ਕਰਨ ਦਾ ਜੋ ਸਰਕਾਰ ਦੀ ਮਨਸਾ ਹੈ ਉਹ ਨਜ਼ਰ ਆ ਰਹੀ ਆ, ਤਾਂ ਕਿ ਜੋ ਭਾਰਤ ਦਾ ਸੰਵਿਧਾਨ ਆ, ਬਾਬਾ ਸਾਹਿਬ ਅੰਬੇਡਕਰ ਦਾ ਲਿਖਿਆ ਸਮਾਨਤਾ, ਬਰਾਬਰਤਾ, ਭਾਈਚਾਰੇ ਵਾਲਾ, ਸਭ ਨੂੰ ਬਰਾਬਰ ਅਧਿਕਾਰ ਦੇਣ ਵਾਲਾ ਜੋ ਸੰਵਿਧਾਨ ਆ, ਉਸ ਸੰਵਿਧਾਨ ਨੂੰ ਬਦਲ ਕੇ ਇਹ ਇਸ ਦੇਸ਼ ਦੇ ਵਿੱਚ ਜੋ RSS ਆ, ਭਾਜਪਾ ਆ, ਇਹ ਮਨੂ ਸਿਮਰਤੀ ਲਾਗੂ ਕਰਨਾ ਚਾਹੁੰਦੀ ਹੈ, ਜੋ ਕਿ ਕਦੇ ਵੀ ਇਸ ਦੇਸ਼ ਦੇ ਜੋ 85% ਬਹੁਜਨ ਸਮਾਜ ਆ, ਆਦਿਵਾਸੀ ਮੂਲ ਨਿਵਾਸੀ ਲੋਕ ਆ, ਕਦੀ ਵੀ ਇਸ ਤਰ੍ਹਾਂ ਦੀਆਂ ਜੋ ਇਹਨਾਂ ਦੀਆਂ ਕੁਝੀਆਂ ਨੀਤੀਆਂ ਆ ਉਹਨਾਂ ਨੂੰ ਸਫਲ ਨਹੀਂ ਹੋਣ ਦੇਣਗੇ। ਇਸ ਕਰਕੇ ਅੱਜ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿਸਟਰਡ ਪੰਜਾਬ ਔਰ ਆਲ ਇੰਡੀਆ ਧਰਮ ਮਿਸ਼ਨ ਭਾਰਤ ਸਾਧੂ ਮਹਾਂਪੁਰਸ਼ ਜੋ ਹੈ ਕਿਸਾਨ ਮੋਰਚੇ ਦੇ ਵਿੱਚ ਸ਼ਾਮਲ ਹੋਣ ਲਈ ਦਿੱਲੀ ਜਾ ਰਹੇ ਹਨ। ਜੀ। ਸੋ ਅਸੀਂ ਗੱਲਬਾਤ ਕਰਾਂਗੇ ਆਲ ਇੰਡੀਆ ਧਰਮ ਮਿਸ਼ਨ ਦੇ ਜੋ ਕੌਮੀ ਪ੍ਰਧਾਨ ਨੇ ਸਾਡੇ ਨਾਲ, ਸੰਤ ਸਤਵਿੰਦਰ ਹੀਰਾ ਜੀ। ਮਹਾਂਪੁਰਸ਼ ਜੀ, ਜਿੱਦਾਂ ਕਿ ਅੱਜ ਅੰਦੋਲਨ ਦੇ ਵਿੱਚ ਤੁਸੀਂ ਪਹੁੰਚ ਰਹੇ ਹੋ, ਤੁਹਾਨੂੰ ਵੀ ਪਤਾ ਹੈ ਕਿ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਗੁਰੂ ਘਰ ਤੁਗਲਕਾਬਾਦ ਵਿਖੇ ਸ਼੍ਰੀ ਗੁਰੂ ਰਵਿਦਾਸ ਗੁਰੂ ਘਰ ਨੂੰ ਤੋੜਿਆ ਵੀ ਗਿਆ। ਤੁਹਾਨੂੰ ਕੀ ਲੱਗਦਾ ਕਿ ਪਹਿਲਾਂ ਬਹੁਤ ਸਾਰੇ ਇੱਦਾਂ ਦੇ ਕਾਰਨ ਹੋ ਰਹੇ ਆ, ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ ਗੁਰੂ ਘਰ ਤੋੜਿਆ ਗਿਆ, NRC CA ਲਾਗੂ ਕਰਨ ਦੀ ਗੱਲ ਕੀਤੀ ਗਈ, ਉਸ ਟਾਈਮ ਜੋ ਮੁਸਲਿਮ ਲੋਕ ਸੜਕਾਂ 'ਤੇ ਸੀਗੇ, ਉਸ ਤੋਂ ਪਹਿਲਾਂ ਜਦੋਂ ਗੁਰੂ ਘਰ ਤੋੜਿਆ ਗਿਆ ਉਦੋਂ ਸਮਾਜ ਦੀ ਗੱਲ ਕਰੀਏ ਉਹ ਸੜਕਾਂ 'ਤੇ ਸੀ, ਔਰ ਅੱਜ ਕਿਸਾਨ ਸੜਕਾਂ ਦੇ ਉੱਤੇ ਆ। ਕੀ ਲੱਗਦਾ ਤੁਹਾਨੂੰ? ਸਭ ਤੋਂ ਪਹਿਲਾਂ ਤਾਂ ਗੁਰੂ ਰਵਿਦਾਸ ਮਹਾਰਾਜ ਦੀ ਨਾਮਲੇਵਾ ਸੰਗਤ ਹੈ ਜੋ ਜੀ ਆਦਿਵਾਸੀ ਹੈ, ਆਦ ਧਰਮੀ ਹੈ ਜੀ, ਔਰ ਸਾਡੇ ਲੋਕ ਕੁਝ ਅਨਪੜ੍ਹਤਾ ਵਸ ਗੁਰੂ ਰਵਿਦਾਸ ਮਹਾਰਾਜ ਦੇ ਨਾਂ ਦੇ ਮਗਰ ਐੜਾ ਲਾ ਦਿੰਦੇ ਆ, ਜਿਹੜਾ ਕਿ ਗੁਰੂ ਰਵਿਦਾਸ ਮਹਾਰਾਜ ਦਾ ਬੜਾ ਅਪਮਾਨਜਨਕ ਸ਼ਬਦ ਹੈ। ਔਰ ਇਹ ਇੱਕ ਅਗਿਆਨਤਾ ਵਸ ਅਸੀਂ ਅੱਜ ਦਲਦਲ ਵਿੱਚ ਧੱਕੇ ਜਾ ਰਹੇ ਹਾਂ। ਜੇਕਰ ਅਸੀਂ ਸਾਡੇ ਲੋਕ ਆਪਣੇ ਗੁਰੂ ਨੂੰ ਹੀ ਸਨਮਾਨ ਨਹੀਂ ਦਿੰਦੇ, ਗੁਰੂ ਰਵਿਦਾਸ ਮਹਾਰਾਜ ਦਾ ਨਾਮ ਹੀ ਨਹੀਂ ਸਤਿਕਾਰ ਨਾਲ ਲੈਂਦੇ, ਜਿਵੇਂ ਕਿ ਪੰਜਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ 'ਚ ਬਾਣੀ ਦਰਜ ਕਰਨ ਵੇਲੇ ਲਿਖਿਆ ਹੈ, ਬਾਣੀ ਸ਼੍ਰੀ ਰਵਿਦਾਸ ਜੀਓ ਕੀ, ਸ਼੍ਰੀ ਵੀ ਲਾਇਆ ਤੇ ਜੀਓ ਵੀ ਲਾਇਆ। ਲੇਕਿਨ ਸਾਡਾ ਸਮਾਜ ਅਨਪੜ੍ਹ ਹੋਣ ਕਰਕੇ ਆਪਣੇ ਗੁਰੂ ਨੂੰ ਸਤਿਕਾਰ ਨਾ ਦਿੰਦਾ ਹੋਇਆ ਅੱਜ ਤਰ੍ਹਾਂ ਤਰ੍ਹਾਂ ਦੇ ਮੁਸੀਬਤਾਂ ਦਾ ਸਾਹਮਣਾ ਕਰ ਰਿਹਾ। ਲੇਕਿਨ ਕਿ ਉਹ ਦੇਸ਼ ਦੇ ਲੋਕ, ਉਹ ਨੇਟਿਵ ਇੰਡੀਅਨ, ਉਹ ਮੂਲ ਨਿਵਾਸੀ, ਉਹ ਆਦਿਵਾਸੀ ਲੋਕ ਜਿਹੜੇ ਇੱਥੇ ਰਹਿੰਦੇ ਆ, ਜਿਨ੍ਹਾਂ ਤੋਂ ਗਿਆਨ ਖੋਹ ਲਿਆ ਗਿਆ ਸੀ, ਪੜ੍ਹਾਈ ਖੋਹ ਲਈ ਗਈ, ਵਿੱਦਿਆ ਖੋਹ ਲਈ ਗਈ, ਔਰ ਅੱਜ ਵੀ ਜੋ ਸਾਡੇ ਬੱਚੇ ਹੈ, ਲਗਭਗ 8 ਲੱਖ ਦੇ ਕਰੀਬ ਬੱਚੇ ਜਿਹੜੇ ਆ ਉਹ ਸਫ਼ਰ ਕਰ ਰਹੇ ਆ। ਔਰ ਪਿਛਲੇ ਦਿਨੀ ਸੰਤ ਸਮਾਜ ਸੰਘਰਸ਼ ਕਮੇਟੀ ਬਣੀ ਸੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਨਾਂ ਤੇ, ਉਹ ਇਸੇ ਕਰਕੇ ਬਣੀ ਸੀ ਕਿ ਜੋ ਗਿਆਨ ਹੈ ਉਸ ਨੂੰ ਅੱਗੇ ਵਧਾਇਆ ਜਾ ਸਕੇ ਔਰ ਆਪਣੇ ਹੱਕ ਹਕੂਕਾਂ ਨੂੰ ਲਿਆ ਜਾ ਸਕੇ। ਗੱਲ ਕਰਦੇ ਆ ਅੱਜ ਕਿਸਾਨ ਅੰਦੋਲਨ ਦੀ। ਤੁਹਾਨੂੰ ਕੀ ਲੱਗਦਾ ਕਿ ਪਹਿਲਾਂ ਜੇ ਗੱਲ ਕਰਦੇ ਆ ਜਦੋਂ ਤੁਗਲਕਾਬਾਦ ਗੁਰੂ ਘਰ ਤੋੜਿਆ ਗਿਆ ਉਦੋਂ ਵੀ ਸੜਕਾਂ ਤੇ NRC CA ਦੇ ਮਾਮਲੇ 'ਚ ਸੜਕਾਂ ਤੇ GST ਲਾਗੂ ਹੋਈ ਤਾਂ ਉਦੋਂ ਵਪਾਰੀ ਨੇ ਬਹੁਤ ਸੰਘਰਸ਼ ਕੀਤਾ, ਉਹਨਾਂ ਨੇ ਵਿਰੋਧ ਕੀਤਾ। ਔਰ ਕੀ ਲੱਗਦਾ ਤੁਹਾਨੂੰ ਅੱਜ ਕਿਸ ਤਰੀਕੇ ਦਾ ਮਾਹੌਲ ਬਣਦਾ ਜਾ ਰਿਹਾ ਹੈ ਦੇਸ਼ ਦਾ? ਗੱਲ ਉੱਥੇ ਹੀ ਆ ਗਈ ਫਿਰ ਕਿ ਜਦੋਂ ਗੁਰੂ ਰਵਿਦਾਸ ਮੰਦਰ ਢਾਇਆ ਗਿਆ ਸੀ, ਅੰਦੋਲਨ ਕੀਤਾ, ਉਦੋਂ ਦੂਸਰੇ ਲੋਕ ਨਹੀਂ ਆਏ। ਜਦੋਂ
ਕਿਸੇ ਦੂਸਰੇ ਧਰਮ ਦੇ ਉੱਤੇ ਅਟੈਕ ਹੋਇਆ ਤਾਂ ਦੂਸਰੇ ਧਰਮ ਦੇ ਲੋਕ ਦੇਖਦੇ ਰਹੇ। ਮਤਲਬ ਕਹਿਣ ਦੀ ਗੱਲ ਆ ਕਿ ਜੁੱਤੀਆਂ ਪੈ ਰਹੀਆਂ ਇਕੱਲੇ ਦੇ ਪੈ ਰਹੀਆਂ। ਅਸੀਂ ਇਹ ਕਹਿ ਰਹੇ ਹਾਂ ਕਿ ਜਦੋਂ ਅਸੀਂ ਇਕੱਠੇ ਨਹੀਂ ਹੋ ਰਹੇ, ਜਦੋਂ ਅਸੀਂ ਅੱਜ ਕਿਸਾਨਾਂ ਨੇ ਇਹ ਸਿੱਧ ਕਰ ਦਿੱਤਾ ਕਿ 31 ਜਥੇਬੰਦੀਆਂ ਜਿਹੜੀਆਂ ਪੰਜਾਬ ਦੇ ਵਿੱਚ, ਭਾਵੇਂ ਉਹ ਕਿਸੇ ਪਾਰਟੀ ਨਾਲ ਜੁੜੀਆਂ ਹੋਈਆਂ, ਭਾਵੇਂ ਉਹ ਕਿਸੇ ਧਰਮ ਨਾਲ ਜੁੜੀਆਂ ਹੋਈਆਂ, ਭਾਵੇਂ ਉਹ ਕਿਸੇ ਧਾਰਮਿਕ ਸੰਸਥਾ ਨਾਲ ਜਾਂ ਸਮਾਜਿਕ ਸੰਸਥਾ ਨਾਲ ਜੁੜੀਆਂ, ਪਰ ਆਪਣੇ ਕਿਸਾਨ ਮੁੱਦੇ ਤੇ ਉਹ ਸਾਰੀਆਂ ਇਕੱਠੀਆਂ ਹੋ ਕੇ ਦਿੱਲੀ ਨੂੰ ਉਹਨਾਂ ਨੇ ਘੇਰ ਲਿਆ। ਔਰ ਇੱਦਾਂ ਦਾ ਇਕੱਠ ਦੇਖ ਕੇ ਹੁਣ ਲੱਗਦਾ ਹੈ ਕਿ ਕਿਰਤੀ ਵੀ ਨਾਲ ਸ਼ਾਮਲ ਹੋ ਗਏ ਹੈ। ਬਹੁਤ ਸਾਰੀਆਂ ਜਥੇਬੰਦੀਆਂ, ਬਹੁਤ ਸਾਰੇ ਧਰਮਾਂ ਦੇ ਲੋਕ ਇਹਨਾਂ ਨੂੰ ਸਮਰਥਨ ਕਰ ਰਹੇ ਆ, ਬਹੁਤ ਸਾਰੇ ਦੇਸ਼ਾਂ ਦੇ ਲੋਕ ਇਸ ਅੰਦੋਲਨ ਨੂੰ ਸਮਰਥਨ ਕਰ ਰਹੇ ਆ। ਔਰ ਇੱਥੋਂ ਤੱਕ ਕਿ ਭਾਰਤ ਦਾ ਸਮੁੱਚਾ ਜਿਹੜਾ ਕਿਸਾਨੀ ਨਾਲ ਜੁੜਿਆ ਸੀ ਉਹ ਪ੍ਰੈਕਟੀਕਲੀ ਰੂਪ ਵਿੱਚ ਆ ਗਿਆ। ਹੁਣ ਉਹ ਦਿਨ ਦੂਰ ਨਹੀਂ ਕਿ ਸਾਡੇ ਲੋਕ ਭਾਵੇਂ ਕਿਸੇ ਵੀ ਕਬੀਲੇ ਨਾਲ ਜੁੜੇ ਆ, ਉਹਨਾਂ ਨੂੰ ਇਹ ਜ਼ਰੂਰ ਆਪਣੇ ਆਪਣੇ ਵਰਗ ਦੇ ਵਿੱਚ ਇਕੱਠੇ ਹੋਣ ਵਾਸਤੇ ਨਸੀਹਤ ਮਿਲੇਗੀ। ਸਾਨੂੰ ਇਹਦੇ ਤੋਂ ਸਿੱਖਣਾ ਚਾਹੀਦਾ ਕਿਸਾਨਾਂ ਦੇ ਅੰਦੋਲਨ ਤੋਂ ਕਿ ਕਿਵੇਂ ਆਪਾਂ ਆਪਣੇ ਮੁੱਦੇ ਵਾਸਤੇ ਸਾਰੇ ਇਕੱਠੇ ਹੋ ਸਕਦੇ ਹਾਂ। ਜੀ, ਮਤਲਬ ਏਕਾ ਕਰਨ ਦਾ ਟਾਈਮ ਜੇ ਗੱਲ ਕਰੀਏ ਤਾਂ ਸਿੱਧੇ ਤੌਰ ਤੇ ਏਕਾ ਕਰਨ ਦਾ ਟਾਈਮ ਆ ਚੁੱਕਾ ਆ। ਹਾਂ, ਜਿਵੇਂ ਕਿ ਪਿਛਲੇ ਦਿਨੀ ਪੰਜਾਬ ਸਰਕਾਰ ਝੁਕੀ ਹੈ। ਸੰਤ ਸਮਾਜ ਸੰਘਰਸ਼ ਕਮੇਟੀ ਦੇ ਵਿੱਚ ਭਗਵਾਨ ਵਾਲਮੀਕ ਮਹਾਰਾਜ ਨੂੰ ਮੰਨਣ ਵਾਲੇ ਸੰਤ, ਸਤਿਗੁਰੂ ਰਵਿਦਾਸ ਮਹਾਰਾਜ ਨੂੰ ਮੰਨਣ ਵਾਲੇ ਸੰਤ ਤੇ ਸਤਿਗੁਰੂ ਕਬੀਰ ਮਹਾਰਾਜ ਨੂੰ ਮੰਨਣ ਵਾਲੇ ਸੰਤ, ਜਦੋਂ 39 ਜਾਤਾਂ ਇਕੱਠੀਆਂ ਹੋ ਕੇ ਆਪਾਂ ਪੋਸਟ ਮੈਟ੍ਰਿਕ ਦੀ ਗੱਲ ਕੀਤੀ ਤਾਂ ਸਰਕਾਰ ਨੇ 26/11 ਤੋਂ ਲੈ ਕੇ 4 ਜਨਵਰੀ 2021 ਤੱਕ ਐਲਾਨ ਕਰ ਦਿੱਤਾ ਕਿ ਬੱਚੇ ਹੁਣ ਦਾਖਲਾ ਲੈ ਸਕਦੇ ਜੀ। ਏਕੇ ਵਿੱਚ ਦਮ ਹੈ ਜੀ, ਏਕੇ ਵਿੱਚ ਬਲ ਹੈ। ਏਕੇ ਵਿੱਚ ਵਾਲਾ ਮਤਲਬ ਹੁਣ ਪੂਰੇ ਲੋਕਾਂ ਨੂੰ ਏਕਾ ਹੋ ਜਾਣਾ ਚਾਹੀਦਾ ਕਿ ਜਾਤ ਪਾਤ ਉੱਪਰ ਉੱਠ ਜਾਣਾ ਚਾਹੀਦਾ। ਕਿਸਾਨ ਅੰਦੋਲਨ ਦੇ ਵਿੱਚ ਤਾਂ ਇਹ ਮਿਲ ਰਿਹਾ ਹੈ ਕਿ ਜਾਤ ਪਾਤ ਤੋਂ ਉੱਤੇ ਉੱਠ ਕੇ, ਧਰਮਾਂ ਤੋਂ ਉੱਤੇ ਉੱਠ ਕੇ, ਰਾਜਨੀਤੀ ਤੋਂ ਉੱਤੇ ਉੱਠ ਕੇ ਆਪਣੇ ਹੱਕਾਂ ਦੀ ਗੱਲ ਕੀਤੀ ਜਾ ਰਹੀ ਹੈ। ਜੀ, ਸੋ ਤੁਸੀਂ ਮੈਂ ਆਪਣੇ ਵੱਲੋਂ ਕੀ ਮੈਸੇਜ ਦੇਣਾ ਚਾਹੁੰਦੇ ਹੋ? ਅਸੀਂ ਇਹੀ ਕਹਾਂਗੇ ਕਿ ਸਾਡਾ ਜੋ ਪੰਜਾਬ ਦੀ ਅਗਰ ਗੱਲ ਕਰੀਏ ਤੇ ਜਿਹੜੀਆਂ 39 ਜਾਤਾਂ ਹੈ, ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਪਹਿਲਾਂ ਆਪ ਛੂਆ-ਛਾਤ ਛੱਡੀਏ, ਇੱਕ ਦੂਸਰੇ ਨਾਲ ਸਾਰੇ ਇਕੱਠੇ ਹੋਈਏ, ਔਰ ਉਸ ਤੋਂ ਬਾਅਦ ਜੋ ਅਦਰ ਕਾਸਟ ਹੈ ਉਹ ਵੀ ਸਾਡੇ ਨਾਲ ਜੁੜਨਗੇ। ਜਦੋਂ ਅਸੀਂ ਆਪ 39 ਕਾਸਟ ਇਕੱਠੇ ਹੋਵਾਂਗੇ, ਜਿਵੇਂ ਕਿ ਬਹੁ ਮੰਗੂਰਾ ਮੋਗੋਵਾਲੀਆ ਨੇ 1926 ਦੇ ਵਿੱਚ ਸਾਰੀਆਂ ਕਾਸਟਾਂ ਨੂੰ ਇਕੱਠੇ ਕੀਤਾ ਸੀ। ਜੀ, ਸੋ ਜਿੱਦਾਂ ਕਿ ਤੁਹਾਨੂੰ ਅਸੀਂ ਪੂਰੇ ਸੰਤ ਸਮਾਜ ਦੇ ਜੋ ਰੂਬਰੂ ਕਰਵਾ ਰਹੇ ਹਾਂ, ਬਾਬਾ ਜੀ ਇਸ ਮੌਕੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਜਿਹੜੇ ਸਾਰਾ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾ ਸੁਸਾਇਟੀ ਜਿਹੜੀ ਹੈਗੀ ਹੈ ਸਾਰੀ ਉਹਨਾਂ ਦੇ ਨਾਲ ਹੈਗੀ, ਕਿਉਂਕਿ ਜਿਹੜੀ ਕਿਸਾਨ ਜਥੇਬੰਦੀਆਂ ਜਿਹੜੀਆਂ ਇਕੱਠੀਆਂ ਹੋ ਕੇ ਸਾਰਾ ਜ਼ੋਰ ਲਾ ਰਹੀਆਂ, ਕਿਉਂਕਿ ਇੱਥੇ ਜਿਹੜਾ ਇੰਡੀਆ ਹੈਗਾ ਉਹਦੇ ਵਿੱਚ ਡੈਮੋਕ੍ਰੇਸੀ ਹੈ। ਡੈਮੋਕ੍ਰੇਸੀ ਮੀਨਸ ਲੋਕਤੰਤਰ ਕੀ ਹੁੰਦਾ? ਲੋਕਾਂ ਦਾ ਰਾਜ। ਲੋਕਾਂ ਦਾ ਰਾਜ ਵਿੱਚ ਜਿਹੜੇ ਹੈਗੇ ਆ MLA MPs ਜਿਹੜੇ ਹੈਗੇ, ਜਿਹੜਾ ਸਾਰੇ ਚੁਣ ਕੇ ਜਾਂਦੇ, ਉਹ ਲੋਕਾਂ ਦੁਆਰਾ ਚੁਣੇ ਜਾਂਦੇ, ਤੇ ਇਸ ਕਰਕੇ ਲੋਕਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ। ਜਿਸ ਤਰੀਕੇ ਨਾਲ ਸਾਰੀਆਂ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋਈਆਂ ਤੇ ਸਾਧੂ ਸਮਾਜ ਵੀ ਸਾਰਾ ਇਕੱਠਾ ਹੈ ਤੇ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ। ਜਿੱਦਾਂ ਲਗਾਤਾਰ ਮੀਟਿੰਗਾਂ ਬੇਸਿੱਟਾਂ ਨਿਕਲ ਰਹੀਆਂ, ਤੁਹਾਨੂੰ ਕੀ ਲੱਗਦਾ ਕਿ ਇਹ ਲੋਕਤੰਤਰ ਹੈ ਜਾਂ ਕੀ ਹੈ? ਇਹ ਤਾਂ ਡਿਕਟੇਟਰਸ਼ਿਪ ਹੋ ਰਹੀ ਹੈ। ਡਿਕਟੇਟਰਸ਼ਿਪ ਵਿੱਚ ਤਾਨਾਸ਼ਾਹੀ ਉਹ ਤਾਂ ਇੱਥੇ ਹੈ ਨਹੀਂ, ਕਿਉਂਕਿ ਜਿਹੜਾ ਸਾਡਾ ਸੰਵਿਧਾਨ ਉਹਦੇ 'ਚ ਲੋਕਤੰਤਰ ਹੈ। ਤੇ ਲੋਕਤੰਤਰ ਦੇ ਨਾਤੇ ਤਾਂ ਇਹ ਜਿਹੜਾ ਹੈਗਾ ਲੋਕਾਂ ਦੀ ਗੱਲ ਸੁਣੀ ਜਾਣੀ ਚਾਹੀਦੀ, ਕਿਉਂਕਿ ਲੋਕਾਂ ਦੀ ਜਿਹੜੀ ਗੱਲ ਹੈਗੀ ਆ ਉਹ ਪਰਮਾਤਮਾ ਦੀ ਆਵਾਜ਼ ਹੁੰਦੀ ਹੈ ਤੇ ਉਹ ਮੇਰੇ ਮੁਤਾਬਕ ਤਾਂ ਹੁਣ ਸੁਣਨੀ ਚਾਹੀਦੀ ਹੈ। ਕਿਉਂਕਿ ਜਿਹੜੇ ਹੁਣ ਇਹ ਜਿੰਨੇ ਪੋਲੀਟੀਸ਼ੀਅਨਸ ਹੈਗੇ ਆ ਉਹ ਸਾਰੇ ਹੀ ਆਪਣੇ ਅਲੱਗ-ਅਲੱਗ ਤਰ੍ਹਾਂ ਦੇ ਨਾਲ ਰਲ ਰਹੇ ਆ ਨਾ, ਤੇ ਲੇਕਿਨ ਜਿਹੜੀ BJP ਆ ਉਹ ਬਿਲਕੁਲ ਉਲਟ ਚੱਲ ਰਹੀ ਹੈ। ਬਾਕੀ ਸਾਰੀਆਂ ਜਿਹੜੀਆਂ ਪਾਰਟੀਆਂ ਇਕੱਠੀਆਂ ਹੋ ਰਹੀਆਂ ਤੇ ਇਸ ਕਰਕੇ ਸਾਨੂੰ BJP ਆ ਵਿੱਚ RSS ਆ ਗਈ, ਵਿੱਚ ਜਿਹੜੇ ਹੈਗੇ ਦੂਸਰੇ ਹਨ ਜਿਹੜੇ ਕਿ ਇਹਨਾਂ ਵਿੱਚ ਖਰਾਬ ਕਰ ਰਹੇ ਆ, ਦੇਣ ਰਹੇ ਆ ਨਾ, ਤੇ ਉਹ ਚੀਜ਼ਾਂ ਚਾਹੀਦੀ ਨੇ ਸਾਨੂੰ। ਅਸੀਂ ਇਸੇ ਕਰਕੇ ਸਾਰਾ ਜਿਹੜਾ ਸਾਡਾ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾ ਸੁਸਾਇਟੀ ਜਿਹੜਾ ਸਮਾਜ ਜਿਹੜਾ ਸਾਰਾ ਉਹਨਾਂ ਦੇ ਨਾਲ ਹੈਗਾ। ਥੈਂਕ ਯੂ, ਬਹੁਤ ਬਹੁਤ ਧੰਨਵਾਦ। ਥੈਂਕ ਯੂ। ਜਿੱਦਾਂ ਕਿ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਜੋ ਬੱਸ ਦਾ ਪੂਰਾ ਮਾਹੌਲ ਆ, ਸੰਤਾਂ ਮਹਾਂਪੁਰਸ਼ਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ। ਸੋ ਬਾਬਾ ਜੀ ਜੈ ਗੁਰਦੇਵ ਜੀ। ਜੈ ਗੁਰਦੇਵ। ਅੱਜ ਜਿੱਦਾਂ ਕਿ ਦਿੱਲੀ ਨੂੰ ਕੂਚ ਕਰ ਰਹੇ ਹੋ, ਤੁਸੀਂ ਬੱਸ ਦੇ ਵਿੱਚ ਬੈਠੇ ਆ, ਕੀ ਕਹਿਣਾ ਚਾਹੁੰਦੇ ਹੋ ਇਸ ਧਰਨੇ ਬਾਰੇ ਜਾਂ ਇਸ ਸਮਰਥਨ ਦੇ ਬਾਰੇ? ਸਤਿਗੁਰੂ ਰਵਿਦਾਸ ਮਹਾਰਾਜ ਸਾਧੂ ਸੰਤ ਰਜਿਸਟਰਡ ਦੇ ਪੰਜਾਬ ਦੇ ਮਹਾਂਪੁਰਸ਼ ਜਿਹੜੇ ਹੈ ਜੀ, ਉਹ ਇਸ ਸੰਘਰਸ਼ ਦੇ ਵਿੱਚ ਹਿੱਸਾ ਲੈ ਰਹੇ ਹਨ। ਪਹਿਲੇ ਵੀ ਜਦ ਵੀ ਕੋਈ ਵੀ ਔਂਕੜ ਆਈ ਹੈ ਤਾਂ ਦਿੱਲੀ ਨੂੰ ਜਾ ਰਹੇ ਹਨ। ਇੱਥੇ ਵੀ ਬੈਠੇ ਸੀਗੇ ਜੀ ਤੇ ਉੱਥੇ ਵੀ ਜਾ ਰਹੇ ਹਨ। ਜਿਹੜਾ ਇਹ ਜਿਹੜਾ ਅਤਿਆਚਾਰ ਹੋ ਰਿਹਾ ਹੈ ਇਹ ਬਹੁਤ ਹੀ ਦੁਖਦਾਇਕ ਹੈ ਤੇ ਇਹ ਸਰਕਾਰ ਨੂੰ ਜਿਹੜਾ ਹੈ ਇਹ ਜਿਹੜਾ ਕਾਨੂੰਨ ਬਣਾਇਆ ਹੋਇਆ ਹੈ ਇਹ ਵਾਪਸ ਲੈਣਾ ਚਾਹੀਦਾ ਹੈ, ਕਿਉਂਕਿ ਜਿਹੜਾ ਕਿਸਾਨ ਹੈ
ਇਹਨਾਂ ਦੇ ਜ਼ਰੀਏ ਸਾਰਿਆਂ ਨੂੰ ਇਹ ਅੰਨ ਮਿਲ ਰਿਹਾ। ਜਿੱਥੇ ਵੀ ਕੋਈ ਗਰੀਬ ਬੈਠਾ ਹੈ, ਕਿਤੇ ਵੀ ਔਂਕੜ ਆਉਂਦੀ ਹੈ, ਤੇ ਇਹ ਸਾਰੇ ਜਿਹੜੇ ਸਹਿਯੋਗ ਦਿੰਦੇ ਹਨ। ਤੇ ਇਹੀ ਸਾਡਾ ਕਹਿਣਾ ਹੈਗਾ ਸਭ ਨੂੰ ਸਮਾਜ ਦਾ ਕਿ ਇਹ ਜਿਹੜਾ ਕਾਨੂੰਨ ਹੈ ਇਹ ਵਾਪਸ ਲਿਆ ਜਾਏ। ਸੋ ਜਿੱਦਾਂ ਕਿ ਤੁਹਾਨੂੰ ਅਸੀਂ ਸਮੂਹ ਸੰਤਾਂ ਮਹਾਂਪੁਰਸ਼ਾਂ ਦੇ ਰੂਬਰੂ ਕਰਵਾਇਆ, ਔਰ ਜੋ ਮਾਹੌਲ ਇਸ ਸਮੇਂ ਦਾ ਜੋ ਤੁਹਾਨੂੰ ਦਿਖਾ ਰਹੇ ਹਾਂ, ਸੋ ਇਸ ਮੌਕੇ ਦੇ ਉੱਤੇ ਅਸੀਂ ਸਾਡੇ ਨਾਲ ਮੌਜੂਦ ਨੇ ਮੈਡਮ ਨਾਰੀ ਸ਼ਕਤੀ ਫਾਊਂਡੇਸ਼ਨ ਦੇ ਪ੍ਰਧਾਨ ਮੈਡਮ ਸੰਤੋਸ਼ ਜੀ। ਇਹਨਾਂ ਨਾਲ ਵੀ ਗੱਲਬਾਤ ਕਰਾਂਗੇ। ਮੈਡਮ ਜੀ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਫੈਨ ਅੰਬੇਡਕਰ ਟੀਵੀ 'ਚ। ਥੈਂਕ ਯੂ ਵੈਰੀ ਮਚ ਜੀ, ਤੁਹਾਡਾ ਵੀ ਬਹੁਤ ਬਹੁਤ ਵੈਲਕਮ ਫੈਨ ਅੰਬੇਡਕਰ ਟੀਵੀ ਦਾ ਜੀ। ਜੋ ਸਾਡੇ ਨਾਲ ਦਿੱਲੀ ਜਾ ਰਹੇ ਹੋ। ਹਾਂਜੀ। ਔਰ ਮੈਡਮ ਜੀ, ਜਿੱਦਾਂ ਕਿ ਅੱਜ ਜੋ ਮਾਹੌਲ ਆ ਦੇਖ ਰਹੇ ਹਾਂ ਕਿ ਬੱਸ ਦੇ ਵਿੱਚ ਸੰਤ ਮਹਾਂਪੁਰਸ਼ ਬੈਠੇ ਹੋਏ ਆ, ਔਰ ਸੰਗਤਾਂ ਲਈ ਪਿੱਛੇ ਜੋ ਬੱਸਾਂ ਚੱਲ ਰਹੀਆਂ ਨੇ ਨਾਲ, ਔਰ ਜੋ ਲੰਗਰ ਪਾਣੀ ਦਾ ਜੋ ਖਾਣ ਪੀਣ ਦਾ ਬੰਦੋਬਸਤ ਕੀਤਾ ਗਿਆ ਹੈ, ਕੀ ਲੱਗਦਾ ਤੁਹਾਨੂੰ ਕਿ ਇੱਥੋਂ ਜਿੰਨੀਆਂ ਵੀ ਗੱਡੀਆਂ ਜਾ ਰਹੀਆਂ ਨੇ ਜਾਂ ਜਿੰਨੇ ਵੀ ਲੋਕ ਜਾ ਰਹੇ ਨੇ ਇਸੇ ਤਰੀਕੇ ਆਪਣਾ ਬੰਦੋਬਸਤ ਕਰਕੇ ਜਾ ਰਹੇ ਨੇ, ਕੀ ਲੱਗਦਾ ਤੁਹਾਨੂੰ ਕਿੰਨਾ ਚਿਰ ਦਾ ਹੁੰਦਾ ਰਹੂਗਾ? देखो, गुरु रविदास जी महाराज का फरमान है कि ऐसा चाहूँ राज में जहाँ मिले सबन को अन्न, छोट बड़े सब संभसे रविदास रहे प्रसन्न। और महापुरखा की बाणी बेगमपुरा शहर को नाओ, दुख हंदो नहीं ते ठाओ, ना तस्वीस खिराज न माल, खौफ न खता न तरस जवाल, अब मोहे को वतन गए पाई हूँ हाँ खैर सदा मेरे भाई, कायम दायम सदा पातशाही, दोम न सेम एक सो आही, आवादान सदा मशहूर, ऊहाँ गनी बसे महमूर, त्यों त्यों सैल करे जो पावे, महर में मह न को अटकावे, कह रविदास खलास चमारा, जो हम सहरी सो मीत हमारा। उन्हां महापुरखा ने सानू संदेश दिता, उपदेश किया गुरु ग्रंथ साहब जी के माध्यम तो। लेकिन अज दी मौजूदा सरकारां महापुरखा की बाणी का बिल्कुल भी निरादर कर रही हैं, और उन्होंने कोई उन्होंने भै नहीं, कोई डर नहीं है, ना रब का, ना परमात्मा, ना सृष्टि का किसी का भै नहीं। अज बड़े जुर्म हो रहे हैं, अत्याचार हो रहे हैं, गरीबों उत्ते ज़्यादा हो रहे हैं। तुसी पिछले 3-4 साल तो लगातार जुर्म ते जुर्म हो रहे हैं। चाहे गुरु रविदास जी महाराज का मंदिर ले लो, तुगलकाबाद का मंदिर तोड़िया, वो भी तानाशाही इन्होंने की और बड़ा वड्डा जुर्म किया। गुरु रविदास जी महाराज की विचारधारा के उपर बिल्कुल ये उन्होंने कतल कर रहे हैं, और उन्होंने जो दिता है संदेश उपदेश है वो बिल्कुल नहीं मन रहे। और उस कड़ी के विच इन्होंने एट्रोसिटी एक्ट जिहड़ा साडा पहला 2 अप्रैल का बड़ी वड्डी मूवमेंट करनी पई, उन्होंने बहाल कराउण वास्ते। तो गुरु रविदास जी महाराज जी जो मंदिर तोड़िया हुआ एज इट इज़ पिया होया है। तो अज जो किसानी मजदूरों के उत्ते बड़ा वड्डा अत्याचार होया है। ये जो बड़ा वड्डा ऑर्डीनेंस पास करके इन्होंने थोपिया है, और किते ना किते संविधान का कतल किया जा रहा है। और जो इन्होंने शरारतां हैं, खोजियां हरकतां हैं कि संविधान का एक अंग करके उन्होंने खत्म करना है, तो उहदे लिए इन्हें जिहड़े मनसूबे नवे नवे बना रहे हैं। तो अज ये बड़ा ऑर्डीनेंस पास किया है किसानों के विरोध विच, इन्ना पूरा देश अफेक्ट हो रहा, पूरा वर्ल्ड अफेक्ट हो रहा, क्योंकि किसानी के उपर ये अन्नदाता ने सारे लोग निर्भर ने, हर तरह के मजदूर किरती सारे निर्भर ने। तो अज 10 दिन तो लगातार प्रोटेस्ट चल रहा है, और सरकार के कंन ते जूं नहीं सरक रही, और अपने हक लैण के लिए किन्ने धरने प्रदर्शन करने पै रहे हैं। ये साडा राइट है, ये कोई तुसी सानू भीख थोड़ी दे रहे हो। तो मैं फैन अंबेडकर टीवी के माध्यम तो ये अपील कर रही हाँ कि क्यों दुखी कर रहे हो, क्यों तंग कर रहे हो, क्यों देश में बर्बाद करने ते लगे हुए हो। इन्ने हज़ारां सालों की गुलामी पहला देश ने कट्टी है, किसी वेले सोने चिड़िया होया करदा सी, अज कंगाली दे मोड़ ते खड़ा होया देश साडा। तो इनू इहो जिहे जिहड़े गलत एक्ट पास करके होर कंगाल किया जा रहा, किते ना किते मैनूं लगदा है कि बड़ा वड्डे जुर्म होण वाले आ साडे लोगों के उत्ते, और प्रबंध करने पे आ, क्योंकि अज 10 दिन तो लगातार धरने प्रदर्शन चल रहे हैं, और 8 तरीक को भारत बंद भी किया गया है, और उसके बावजूद भी अज तक कोई इन्होंने कानून के जिहड़ा वापस लेना सी उहदे कोई इन्होंने कोई फैसला नहीं किया है। तो अज गुरु रविदास साधु संत सोसाइटी के महान महापुरुष सारे दिल्ली नूं कूच किए हैं, अपना खाण पीण का प्रबंध करके चले हैं, और जिहड़ियां उत्थे संगतां बैठियां हैं उन्हां वास्ते भी किते घिओ दा जां होर खाण पीण दा बिस्कुट जो भी कर सकते सारा लेके जा रहे हैं नाल, और अपने खाण पीण का ही प्रबंध करके जा रहे हैं कि पता नहीं किहो जिहा माहौल होएगा अगे, क्योंकि सरकार शासक सरकारां रूलिंग सरकारां कुछ भी कर सकदियां, धक्का कर ही रही ने। तो इस करके महापुरुष भी
ਉਸ ਅੰਦੋਲਨ ਦੇ ਵਿੱਚ ਸ਼ਿਰਕਤ ਕਰ ਰਹੇ ਨੇ, ਕਿਉਂਕਿ ਮਹਾਂਪੁਰਸ਼ ਵੀ ਸਾਰੇ ਕਿਰਸਾਨੀ ਦਾ ਕੰਮ ਕਰਦੇ ਨੇ। ਸਾਰੇ ਮਹਾਂਪੁਰਸ਼ਾਂ ਦੀ ਆਪਣੀ ਖੇਤੀ ਹੈ, ਜੇ 'ਤੇ ਪੂਰੀ ਸੰਗਤ ਨਿਰਭਰ ਹੈ। ਹਰ ਮਹਾਂਪੁਰਸ਼ਾਂ ਦੇ ਆਪਣੇ ਖੇਤ ਹਨ, ਉੱਥੇ ਫਸਲ ਦਾ ਉਗਾਈ ਜਾਂਦੀ ਹੈ। ਜਿਹੜੀ ਫਸਲ ਉਗਦੀ ਹੈ ਉਹਦੇ ਨਾਲ ਜਿਹੜੀਆਂ ਸੰਗਤਾਂ, ਗਰੀਬ ਸੰਗਤਾਂ ਡੇਰਿਆਂ ਦੇ ਵਿੱਚ ਆਉਂਦੀਆਂ ਹਨ ਔਰ ਉਹਨਾਂ ਦਾ ਲੰਗਰ ਪਾਣੀ ਚੱਲਦਾ ਹੈ। ਤੋ ਅੱਜ ਸਾਰਿਆਂ ਨੂੰ ਇਕੱਠੇ ਹੋਣਾ ਪਏਗਾ। ਗੁਰੂ ਰਵਿਦਾਸ ਜੀ ਮਹਾਰਾਜ ਦੀ ਫਰਮਾਨ ਹੈ ਕਿ ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੁਬਨ ਕੀਰਾ। ਤੋ ਅੱਜ ਸਾਨੂੰ ਮਧੂਮੱਖੀ ਤਰ੍ਹਾਂ ਇਕੱਠੇ ਹੋਣਾ ਪਏਗਾ। ਹਰ ਮੂਵਮੈਂਟ ਲਈ ਸਾਨੂੰ ਇਕਜੁੱਟ ਹੋਣਾ ਪਏਗਾ। ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਕਿਹਾ ਸੀ, ਪੜ੍ਹੋ, ਜੁੜੋ, ਸੰਘਰਸ਼ ਕਰੋ, ਐਜੂਕੇਟ, ਆਰਗੇਨਾਈਜ਼, ਐਜੀਟੇਟ। ਤੋ ਉਹਨਾਂ ਨੇ ਇਸੇ ਕਰਕੇ ਪਹਿਲਾਂ ਕਿਹਾ, ਉਹਨਾਂ ਨੂੰ ਪਤਾ ਆਉਣ ਵਾਲਾ ਸਮਾਂ ਕਿਹੋ ਜਿਹਾ ਭਿਆਨਕ ਆ ਰਿਹਾ। ਤੋ ਜ਼ਰੂਰਤ ਹੈ ਇਕਜੁੱਟ ਹੋਣ ਦੀ ਲਈ। ਇਕਜੁੱਟ ਹੋ ਕੇ ਆਪਾਂ ਕੋਈ ਵੀ ਸੰਘਰਸ਼ ਕਰਾਂਗੇ ਤਾਂ ਮੋਰਚਾ ਫਤਿਹ ਹੋ ਸਕਦਾ ਹੈ। ਸੋ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ ਜੀ। ਔਰ ਇਹ ਸੀ ਸਾਡੇ ਨਾਲ ਮੈਡਮ ਸੰਤੋਸ਼ ਜੀ। ਔਰ ਤੁਹਾਨੂੰ ਇਸ ਮੌਕੇ ਦੇ ਉੱਤੇ ਅਸੀਂ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਦੇ ਸਮੂਹ ਮਹਾਂਪੁਰਸ਼ਾਂ ਦੇ ਜੋ ਰੂਬਰੂ ਕਰਵਾਇਆ। ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਅਸੀਂ ਸੰਤ ਨਿਰਮਲ ਦਾਸ ਜੀ ਨਾਲ ਜਦੋਂ ਗੱਲਬਾਤ ਕੀਤੀ, ਔਰ ਉਹਨਾਂ ਨਾਲ ਮੈਂ ਇਹ ਗੱਲ ਕੀਤੀ ਕਿ ਮਹਾਰਾਜ ਜੀ ਤੁਹਾਡੇ ਕੋਲ ਸਾਰੇ ਸੰਤਾਂ ਦੇ ਕੋਲ ਜੇ ਗੱਲ ਕਰੀਏ ਵਧੀਆ ਗੱਡੀਆਂ ਆ, ਲਗਜ਼ਰੀ ਗੱਡੀਆਂ ਆ, ਤੁਸੀਂ ਗੱਡੀਆਂ ਛੱਡ ਕੇ ਬੱਸਾਂ ਦੇ ਸਫ਼ਰ ਕਿਉਂ ਕਰ ਰਹੇ ਆ? ਤੇ ਉਹਨਾਂ ਨੇ ਬਹੁਤ ਹੀ ਵਧੀਆ ਜਵਾਬ ਦਿੱਤਾ ਕਿ ਨਹੀਂ, ਕਿ ਜੇ ਸੰਗਤਾਂ ਬੱਸਾਂ ਦੇ ਵਿੱਚ ਜਾ ਰਹੀਆਂ, ਅਸੀਂ ਵੀ ਇੱਕ ਸੰਗਤਾਂ ਵਾਂਗ ਜਾ ਰਹੇ ਹਾਂ ਕਿ ਅਸੀਂ ਉਸ ਪ੍ਰੋਟੈਸਟ ਨੂੰ ਜਿੱਤਣ ਜਾ ਰਹੇ ਹਾਂ, ਨਾ ਕਿ ਆਪਣੀ ਵਾਹੋਵਾਹੀ ਖੱਟਣ। ਸੋ ਇਹ ਜੋ ਗੱਲਾਂ ਆ, ਇਹ ਅਸੀਂ ਤੁਹਾਡੇ ਸਾਹਮਣੇ ਇਸ ਚੈਨਲ ਦੇ ਰਾਹੀਂ ਲੈ ਕੇ ਆ ਰਹੇ ਹਾਂ। ਸੋ ਨਵੀਆਂ ਖਬਰਾਂ ਦੇਖਣ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ ਔਰ ਕਮੈਂਟਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਆ ਕਰੋ। ਦਿਓ ਇਜਾਜ਼ਤ। ਧੰਨਵਾਦ।